ਸਾਹਿਬ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਸਾਹਿਬ ਜੀਓ ਕਬਿੱਤ। ਗੁਰਮੁਖ ਪੰਥ ਗੁਰ ਧਿਆਨ ਸਾਵਧਾਨ ਰਹਿ, ਲਹਿ ਨਿਜ ਘਰ ਅਰ ਸਹਿਜ ਨਿਵਾਸ ਜੀ। ਸਾਵਧ ਬਬੇਕ ਏਕ ਟੇਕ ਨਿਸਲ ਮਤ ਮਧੁਰ ਬਚਨ ਗੁਰ ਗਿਆਨ ਕੋ ਪ੍ਰਗਾਸ ਜੀ। ਚਰਨ ਕਮਲ ਚਰਨਾਮ੍ਰਿਤ ਨਿਧਾਨ ਪਾਨ, ਪ੍ਰੇਮ ਰਸ ਬਸ ਭਏ ਬੇਸਮ ਬਿਸਵਾਸ ਜੀ। ਗਿਆਨ ਧਿਆਨ ਪ੍ਰੇਮ ਨੇਮ ਪੂਰਨ, ਪ੍ਰਤੀਤ ਚੀਤ ਬਾਨ ਗ੍ਰਹਿ ਸੰਸਾਰ, ਮਾਇਆ ਮਹਿ ਉਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਸ਼ਰਧਾ ਭਾਵਨਾ ਪ੍ਰੇਮ ਸਾਹਿਤ ਗਰੀਬ ਨਵਾਜ ਦੀਨ ਦਰਦ ਦੁੱਖਾਂ ਦਾ ਨਾਸ਼ ਕਰਨਹਾਰੇ ਸਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣ ਸਰਗੁਣ ਸਰੂਪ ਪ੍ਰਤੱਖ ਹਾਜ਼ਰ ਹਜ਼ੂਰ ਹੈ, ਜ਼ਾਹਰ ਜ਼ਹੂਰ ਹੈ। ਪ੍ਰਤੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕੇ ਜੋ ਦਰਗਾਹੀ ਆਲਾਹੀ ਬਚਨ ਮਹਾਰਾਜ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ, ਸੱਚ ਦੇ ਮਾਰਗ ਤੇ ਪਾਉਣ ਵਾਸਤੇ, ਵਿਛੜੇ ਹੋਇਆਂ ਨੂੰ ਦੂਰ ਦਰਾਡੇ ਗਿਆਂ ਨੂੰ ਆਪਣੇ ਨਾਲ ਮਿਲਾਉਣ ਵਾਸਤੇ ਜੋ ਸਾਹਿਬ ਕਹਿ ਰਹੇ ਨੇ, ਉਹ ਅਸੀਂ ਹਾਜ਼ਰੀਨ ਹੋ ਕੇ
ਸੁਣਨ ਦਾ, ਸਵੀਕਾਰ ਕਰਨ ਦਾ, ਹਿਰਦੇ ਵਿੱਚ ਵਸਾਉਣ ਦਾ ਯਤਨ ਪਏ ਕਰਦੇ ਆ ਰਹੇ ਹਾਂ। ਪਾਤਸ਼ਾਹ ਸਾਡੇ ਤੇ ਕਿਰਪਾ ਕਰਦਿਆਂ ਜੋ ਸੰਸਾਰ ਨੂੰ ਇਲਾਹੀ ਬਚਨ ਬਖਸ਼ੇ ਨੇ, ਉਹਨਾਂ ਬਚਨਾਂ ਨੂੰ ਸਾਡੇ ਤੱਕ ਕਲਮ ਬੰਦ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਭੱਲਾ ਜੀ ਨੇ ਸਾਡੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ। ਬੜੀ ਬਾਰੀਕੀ ਦੇ ਨਾਲ ਸਾਨੂੰ ਸਮਝਾਉਂਦੇ ਆ ਰਹੇ ਨੇ, ਬੜੇ ਬੜੇ ਸੁੰਦਰ ਪ੍ਰਮਾਣ ਦੇ ਕੇ ਗੱਲ ਸਾਡੀ ਸਮਝ ਵਿੱਚ ਆ ਜਾਵੇ, ਅਸੀਂ ਉਸ ਸੱਚ ਨੂੰ ਸਵੀਕਾਰ ਕਰਕੇ ਹਿਰਦੇ ਵਿੱਚੋਂ ਨਿਰੰਕਾਰ ਪ੍ਰਗਟ ਕਰ ਸਕੀਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਬੜੇ ਸੁੰਦਰ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ। ਪਰਿਪੂਰਨ ਪਰਮਾਤਮਾ ਦੇ ਮਾਰਗ ਤੇ ਚੱਲ, ਔਰ ਜਿਹੜਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਉਹਦੇ ਤੇ ਪਰਮਾਤਮਾ ਦੀ ਰਹਿਮਤ ਹੁੰਦੀ ਆ। ਕੱਲੀ ਰਹਿਮਤ ਨਹੀਂ, ਪਰਮਾਤਮਾ ਆਪ ਉਹਦੇ ਅੰਦਰ ਆ ਕੇ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਉਹਦੇ ਵਿੱਚ ਸਮਦ੍ਰਿਸ਼ਟੀ ਆ ਜਾਂਦੀ, ਸਾਹਮਣੇ ਨਾਲ ਬਰਾਬਰ ਹੁੰਦਾ ਹੈ, ਬਰਾਬਰ ਵਾਲੀ। ਆਪਾਂ ਜਿੰਨੇ ਆ ਨਾ ਸੰਸਾਰੀ, ਕੁਝ ਉਂਗਲਾਂ ਤੇ ਗਿਣਨ ਵਾਲੇ ਛੱਡ ਕੇ ਕੁਝ ਬਹੁਤਾਤ ਅੰਦਰ ਆਪਣੇ ਅੰਦਰ ਊਚ ਨੀਚ ਦਾ ਪਵਾੜਾ। ਹਰ ਮਨੁੱਖ ਆਪਣੀ ਅਕਲ, ਆਪਣੀ ਦੌਲਤ, ਆਪਣੀ ਔਲਾਦ ਇਹਨੂੰ ਚੰਗਾ ਤੇ ਵੱਡਾ ਜਾਣਦਾ ਹੈ, ਦੂਜੇ ਨੂੰ ਨੀਚਾ। ਆਪਸ ਕੋ ਦੀਰਘ ਕਰ ਮਹਨੇ ਔਰਨ ਕੋ ਲਗ ਮਾਤ, ਦੂਜੇ ਨੂੰ ਲਗਾ ਮਾਤਰਾ ਵੀ ਨਹੀਂ ਸਮਝਦਾ, ਮੈਂ ਬੜਾ ਵੱਡਾ ਹੈ। ਤੇ ਗੱਲ ਉਦਣ ਬਣਨੀ ਹੈ ਜਿੱਦਣ ਕਿਹਾ ਮੈਨੂੰ ਕੁਝ ਨਹੀਂ ਆਉਂਦਾ, ਮੈਂ ਕੁਝ ਨਹੀਂ, ਜੋ ਕੁਝ ਹੈ ਤੂੰ ਹੈ। ਖੈਰ ਸੰਖੇਪ ਕਰਾਂ, ਭਾਈ ਗੁਰਦਾਸ ਸਾਹਿਬ ਸਮਝਾਉਂਦੇ ਆ ਰਹੇ ਨੇ ਸਾਨੂੰ, ਜੋ ਗੁਰਬਾਣੀ ਅੰਦਰ ਫਲਸਫਾ ਸਮਝਾਇਆ ਉਸੇ ਦਾ ਉਲੱਥਾ ਭਾਈ ਸਾਹਿਬ ਕਰਦੇ ਆ ਰਹੇ ਨੇ। ਭਾਈ ਸਾਹਿਬ ਕਹਿੰਦੇ ਗੁਰਮੁਖ ਪੰਥ ਗੁਰ ਧਿਆਨ ਸਾਵਧਾਨ ਰਹਿ। ਜਿਹੜਾ ਗੁਰੂ ਦਾ ਪੰਥ ਮਾਰਗ ਏ, ਗੁਰੂ ਨੂੰ ਮੁਖੀ ਬਣਾ ਕੇ, ਗੁਰੂ ਨੂੰ ਪੁੱਛ ਕੇ ਉਸ ਮਾਰਗ ਤੇ ਚੱਲਣਾ, ਜਿਹਨੂੰ ਮਹਾਰਾਜ ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ, ਉਹ ਮਾਰਗ ਤੇ ਤੁਰਨਾ। ਜਿਹੜਾ ਮਾਰਗ ਪੰਥ ਨ ਸੁਝਹੀ ਅੰਧ ਗੁਬਾਰੋ ਵਾਹ, ਉਹ ਪੰਥ, ਉਹ ਰਸਤਾ, ਉਹ ਕਿਹੜਾ ਰਸਤਾ? ਜਿਹੜਾ ਗੁਰਮੁਖਤਾਈ ਵਾਲਾ, ਜਿਹੜਾ ਗੁਰਮੁਖਾਂ ਦਾ ਮਾਰਗ ਏ, ਭਲੇ ਪੁਰਸ਼ਾਂ ਦਾ ਮਾਰਗ ਏ, ਰੱਬ ਦੇ ਪਿਆਰਿਆਂ ਦਾ ਮਾਰਗ ਏ, ਉਹ ਪੰਥ, ਉਹ ਰਸਤਾ, ਉਹ ਰਸਤੇ ਦੇ ਪਾਂਧੀ ਚੱਲਣ ਵਾਲੇ ਹੁੰਦੇ ਨੇ। ਉਸ ਰਸਤੇ ਤੇ ਚੱਲਿਆ ਤਾਂ ਜਾਣਾ ਹੈ, ਤੁਰਿਆ ਤਾਂ ਜਾਣਾ ਹੈ। ਗੁਰ ਧਿਆਨ, ਰਸਤੇ ਤੇ ਤੁਰੇ ਤੇ ਜਿਵੇਂ ਆਪਣਾ ਚਿੱਤ ਹੁੰਦਾ ਹੈ ਨਾ, ਆਪਾਂ ਕਿਤੇ ਪਹੁੰਚਣਾ ਹੋਵੇ ਹੋਈਦਾ ਤਾਂ ਰਸਤੇ ਤੇ ਘਰੋਂ ਤੁਰ ਕੇ, ਤੇ ਮਨ ਵਿੱਚ ਇਹ ਖਿਆਲ ਹੁੰਦਾ ਨਾ ਮੈਂ ਫਲਾਣੇ ਸ਼ਹਿਰ, ਫਲਾਣੇ ਨਗਰ, ਫਲਾਣੇ ਮਹੱਲੇ, ਫਲਾਣੇ ਰਿਸ਼ਤੇਦਾਰ ਕੋਲ ਪਹੁੰਚਣਾ। ਤੇ ਜੇ ਮਨ ਵਿੱਚ ਮੰਜ਼ਲ ਹੀ ਨਹੀਂ ਮਿਥੀ, ਧਿਆਨ ਹੀ ਨਹੀਂ ਉਧਰ ਨੂੰ ਗਿਆ, ਤੇ ਪਹੁੰਚਾਂਗੇ ਕਿੱਥੇ? ਗੁਰੂ ਦੇ ਮਾਰਗ ਤੇ ਚੱਲਣਾ ਹੈ, ਗੁਰਮੁਖਤਾਈ ਦੇ ਮਾਰਗ ਤੇ ਚੱਲਣਾ ਹੈ, ਤੇ ਤੇਰੇ ਧਿਆਨ ਵਿੱਚ ਇਹ ਗੱਲ ਹੋਵੇ, ਤੇਰਾ ਧਿਆਨ ਇਸ ਪਾਸੇ ਹੋਵੇ,
ਗੁਰ ਧਿਆਨ, ਗੁਰੂ ਵੱਲ ਨੂੰ ਧਿਆਨ, ਗੁਰੂ ਦੇ ਚਰਨਾਂ 'ਚ ਧਿਆਨ ਜੁੜਿਆ ਹੋਵੇ। ਉਸ ਮਾਰਗ ਤੇ ਤੁਰਦੇ ਹਾਂ, ਗੁਰਮੁਖਤਾਈ ਦੇ ਮਾਰਗ ਤੇ ਤੁਰਦੇ ਹਾਂ, ਗੁਰਮੁਖ ਬਣਦਿਆਂ ਹੋਇਆਂ ਔਰ ਜੀਵਨ ਕਮਾਉਂਦਿਆਂ ਧਿਆਨ ਗੁਰੂ ਵੱਲ ਹੋਵੇ। ਗੁਰੂ ਸਵੀਕਾਰ ਕਰਦਾ ਤੇ ਧਿਆਨ ਨਾਲ ਚੱਲਦਿਆਂ ਨਾ ਸਾਵਧਾਨ ਰਹਿ, ਸਾਵਧਾਨੀਆਂ ਵਰਤਣੀਆਂ। ਤੇ ਜੇ ਅਵੇਸਲਾ ਹੋ ਜਾਵੇ ਨਾ ਤੇ ਪਤਾ ਨਹੀਂ ਲੱਗਦਾ ਹੁੰਦਾ, ਕਈ ਵਾਰ ਉਹ ਰਸਤਿਓਂ ਕੁਰਸਤੇ ਪੈ ਜਾਈਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਸਾਵਧਾਨ ਦੁਨੀਆ ਵਿੱਚ ਰਹਿ, ਧਿਆਨ ਇਹ ਰੱਖੇ ਗੁਰੂ ਤੋਂ ਜੁਦੇ ਕਿਸੇ ਮਾਰਗ ਤੇ ਜਾਣਾ ਨਹੀਂ, ਗੁਰੂ ਦੀ ਆਗਿਆ ਤੋਂ ਬਗੈਰ ਕੁਝ ਪਹਿਨਣਾ ਔਰ ਖਾਣਾ ਨਹੀਂ, ਜਿਹਦੀ ਗੁਰੂ ਆਗਿਆ ਨਹੀਂ ਦਿੰਦਾ। ਤੇ ਜੇ ਖਾਧਾ ਤੇ ਉਹਦੇ ਨਾਲ ਤਨ ਪੀੜਤ ਹੋਵੇਗਾ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵੇਕਾਰ। ਮਨ ਦੇ ਵਿੱਚ ਬੁਰੇ ਖਿਆਲ ਆਉਣ ਲੱਗ ਪੈਂਦੇ, ਖਾਣਾ ਪੀਣਾ ਐਸਾ। ਭਾਈ ਗੁਰਦਾਸ ਸਾਹਿਬ ਕਹਿੰਦੇ ਦੁਨੀਆ ਵਿੱਚ ਜੇ ਗੁਰੂ ਨੂੰ ਮਿਲਣਾ ਹੈ ਨਾ ਤੇ ਧਿਆਨ ਰੱਖੀ, ਧਿਆਨ ਧਰੀ, ਗੁਰਮੁਖਾਂ ਵਾਲਾ ਮਾਰਗ ਅਪਣਾਈ ਤੇ ਚੱਲਦਿਆਂ ਧਿਆਨ ਧਰੀ, ਦੁਨੀਆ ਵੱਲੋਂ ਸਾਵਧਾਨ ਰਹੀ। ਏਕਾਗਰਤਾ ਬਣਾ ਕੇ ਲਹਿ ਨਿਜ ਘਰ। ਤੇ ਜਿਹੜਾ ਇਹ ਬਚਨ ਕਮਾਵੇਗਾ, ਐਉਂ ਤੁਰੇਗਾ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਪ੍ਰਾਪਤੀ ਕਰੇਗਾ ਆਪਣੇ ਨਿਜ ਘਰ ਦੀ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਉਸ ਘਰ ਦੀ ਗੱਲ ਕਰਦੇ ਨੇ ਜਿਹੜਾ ਮਹਾਰਾਜ ਕਹਿੰਦੇ ਸੋ ਘਰ ਗੁਰ ਨਾਨਕ ਕੋ ਦੀਆ। ਉਹ ਘਰ, ਉਸ ਘਰ ਨੂੰ ਲਹਿ ਵਾਸਾ ਪਾ ਲਵੇਗਾ। ਲਹਿ ਨਿਜ ਘਰ, ਉਹ ਆਪਣਾ ਘਰ ਨਿਜੀ ਸਰੂਪ ਦੇ ਵਿੱਚ ਪ੍ਰਾਪਤ ਕਰ ਲਵੇਗਾ। ਅਰ ਅਤੇ ਸਹਿਜ ਨਿਵਾਸ ਜੀ, ਭਾਈ ਗੁਰਦਾਸ ਸਾਹਿਬ ਕਹਿੰਦੇ ਉਹਦੇ ਵਿੱਚ ਵਾਸਾ ਹੋਣਾ ਸਹਿਜ, ਸ਼ਾਂਤ ਮਨ ਨਾਲ, ਸ਼ਾਂਤੀ ਨਾਲ, ਜਿੱਥੇ ਟਿਕਾਊ ਹੋਇਆ ਖੰਡਾਓ ਦੇ ਨਾਲ ਨਹੀਂ, ਟਿਕਾਊ ਹੈ ਜਦੋਂ ਅੰਦਰ ਨੂੰ ਸਕੂਨ ਮਿਲਿਆ। ਸਹਿਜ ਗਿਆਨ, ਤੇ ਗਿਆਨ ਤੇ ਸ਼ਾਂਤੀ ਉਪਜਣੀ ਕਿਵੇਂ ਆ? ਉਹਦੇ ਗੁਣ ਗਾਇਨ ਕਰਕੇ ਧਿਆਨ ਨਾਲ, ਜਿਹਨੂੰ ਮਹਾਰਾਜ ਕਹਿੰਦੇ ਸਹਿਜ ਸਹਿਜ ਗੁਣ ਰਮਹਿ ਕਬੀਰਾ। ਉਹ ਗੁਣ ਗਾਇਨ ਕਰਕੇ ਸ਼ਾਂਤੀ ਤੇ ਗਿਆਨ ਪ੍ਰਗਟ ਕਰਕੇ ਉਹਦੇ ਵਿੱਚ ਵਾਸ ਪਾਉਣਾ ਹੈ, ਨਿਵਾਸ, ਨਿਜ ਘਰ ਦੇ ਵਿੱਚ ਵਸਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਬਬੀਕ ਏਕ ਟੇਕ ਨਿਚਲਾ ਮਤ। ਫਿਰ ਸ਼ਬਦ ਜਪਦਿਆਂ ਬ੍ਰਹਮ ਨਾਲ ਜੁੜਦਿਆਂ ਔਰ ਸ਼ਬਦ ਉਪਦੇਸ਼ ਬੋਲ ਪਰਿਪੂਰਨ ਪਰਮਾਤਮਾ ਦੇ। ਤੇ ਜਿਹੜਾ ਜੀਵ ਵੱਖਰਾ ਹੈ, ਈਸ਼ਵਰ ਵੱਖਰਾ ਹੈ, ਇਹ ਪਰਮਾਤਮਾ ਤੋਂ ਜੁਦੇ ਹੋ ਕੇ ਹੋਰ ਹੀ ਗੱਲਾਂ ਬਾਤਾਂ ਜੀਆਂ ਕਰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿੱਦਣ ਇਹਦਾ ਧਿਆਨ ਸ਼ਬਦ ਵੱਲੇ ਗਿਆ, ਸਾਵਧਾਨ ਹੋ ਗਿਆ, ਨਿਜ ਘਰ ਵਿੱਚ ਮਨ ਟਿਕ ਗਿਆ। ਜੇ ਮਨ ਨਿਜ ਘਰ ਚ ਨਹੀਂ ਜੀ, ਆਪਣਾ ਮਨ ਜਿੰਨਾ ਹੈ ਨਾ ਇਹ ਬਾਹਰ ਨੂੰ ਉੱਡਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਮਹਾਰਾਜ ਵੀ ਕਹਿੰਦੇ ਕਬਹੁ ਜੀਅੜਾ ਊਬ ਚੜਤ ਹੈ, ਕਬਹੁ ਜਾਏ ਪਿਆਲੇ, ਲੋਭੀ ਜੀਅੜਾ ਥੇਰ ਨਾ ਰਹਿਤ, ਚਾਰੇ ਕੁੰਡਾਂ ਭਾਲੇ। ਮਨ ਦੇ ਜਿੰਨੇ ਖਿਆਲ ਹੈ ਨਾ ਉਹਨੇ ਆਪਾਂ ਪੂਰੇ ਨਹੀਂ ਕਰ ਸਕਦੇ। ਇੱਕ ਕਰੋਗੇ ਤੇ 100 ਪਿੱਛੇ ਹੋਰ ਹੋਵੇਗਾ। ਭਾਈ ਗੁਰਦਾਸ ਸਾਹਿਬ ਮਿਹਰ ਕਰਦੇ ਤੂੰ ਗੁਰੂ ਦੇ ਬਚਨਾਂ ਨੂੰ ਕਮਾ, ਧਿਆ। ਇਹਦੇ ਵਿੱਚ ਜਿਹੜੇ ਦੁਵੈਤ ਵਾਲੇ, ਦੁੰਦਵਾਦ ਵਾਲੇ ਫੁਰਨੇ ਵਿਚਾਰ ਧਾਰਾ ਉਪਜ ਰਹੀ ਆ ਨਾ,
ਜਿਹਨੇ ਦੁਫੇੜ ਪਾਇਆ ਹੈ, ਦੂਰੀ ਬਣਾਈ ਹੈ ਪਰਮਾਤਮਾ ਤੋਂ, ਕਹਿੰਦੇ ਉਹ ਨਸ਼ਟ ਹੋ ਜਾਏਗੀ। ਬਿਬ ਪਲਸ 1, ਬਿਬ ਦਾ ਅਰਥ ਹੁੰਦਾ ਹੈ 2, ਤੇ ਦੁਈ ਮਿਟ ਜਾਵੇਗੀ, ਕੇਵਲ ਰਹੇਗਾ ਏਕ। ਹਰ ਏਕ ਸਿਮਰ, ਏਕ ਸਿਮਰ ਪਿਆਰੇ, ਇੱਕ ਰਹਿ ਜਾਵੇਗਾ। ਔਰ ਪਰਮਾਤਮਾ ਤੇ ਆਤਮਾ ਇੱਕ ਹੋ ਜਾਣਗੇ, ਦ્વੈ ਤੇ ਏਕ ਰੂਪ ਹੋਏ ਗਇਓ, ਇੱਕ ਹੋ ਜਾਵੇਗਾ। ਔਰ ਬਿਬ ਵਿਚਾਰ ਨਾ ਹੈ ਕੋਈ, ਫਿਰ ਦੂਜੀ ਵਿਚਾਰ ਨਹੀਂ, ਅੰਦਰੋਂ ਉਪਜੇਗੀ ਰੱਬ ਵਾਲੀ, ਪਰਮਾਤਮਾ ਵਾਲੀ। ਜਿਹਨੇ ਸ਼ਬਦ ਨਾਲ ਜੁੜਨਾ ਕੀਤਾ, ਉਹਦੀ ਟੇਕ ਆਸਰਾ ਪਰਮਾਤਮਾ ਦਾ ਸ਼ਬਦ, ਔਰ ਪਰਮਾਤਮਾ ਨਿਹਚਲ ਮਤ, ਉਹਦੀ ਮਤ ਕਦੇ ਡੋਲਦੀ ਨਹੀਂ, ਹੋਰ ਖਿਆਲ ਚਿਤਵਦੀ ਨਹੀਂ। ਕਹਿੰਦੇ ਮਤ ਚਲਾਈ ਮਨ ਨਹੀਂ ਹੁੰਦੀ, ਟਿਕ ਜਾਂਦੀ ਆ। ਮਦਰ ਬਚਨ ਗੁਰ ਗਿਆਨ ਕੋ ਪ੍ਰਗਾਸ, ਫਿਰ ਉਹਦੇ ਬਚਨ ਬੜੇ ਮਿੱਠੇ, ਰਸ ਵਾਲੇ, ਸਵਾਦੁਲੇ, ਕੁਝ ਪ੍ਰਾਪਤ ਕਰਨ ਵਾਲੇ ਹੁੰਦੇ ਨੇ। ਔਰ ਉਹ ਪ੍ਰਾਪਤੀ ਕੀ, ਉਹਦੇ ਬੋਲਾਂ ਵਿੱਚ ਗੁਰੂ ਦਾ ਗਿਆਨ ਹੈ। ਜਿਹਨੇ ਜੀਵਨ ਨੂੰ ਸੇਧ ਦੇਣੀ ਤੇ ਜੀਵਨ ਵਿੱਚੋਂ ਔਰ ਦੁਈ ਦੂਰ ਕਰ ਦੇਣੀ, ਭਰਮ ਭੇਦ ਦੂਰ ਕਰ ਦੇਣਾ, ਉਹ ਗਿਆਨ ਪ੍ਰਗਟ ਹੋਣਾ। ਤੇ ਉਹ ਹਿਰਦੇ ਵਿੱਚ ਜਦੋਂ ਪ੍ਰਗਟ ਹੁੰਦਾ ਹੈ, ਉਦੋਂ ਅੰਧਕਾਰ ਚਲਾ ਜਾਂਦਾ ਹੈ, ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ। ਚਰਨ ਕਮਲ ਚਰਨਾਮ੍ਰਿਤ ਨਿਧਾਨ ਮਨ, ਪਰਿਪੂਰਨ ਪਰਮਾਤਮਾ ਦੇ ਸ਼ਬਦ ਸਰੂਪ ਜਿਹੜੇ ਚਰਨ ਨੇ, ਔਰ ਕਮਲ ਦੀ ਨੁਮਾ ਕੋਮਲਤਾ, ਉਹਨਾਂ ਦਾ ਚਰਨਾਮ੍ਰਿਤ, ਚਰਨਾਂ ਦਾ ਅੰਮ੍ਰਿਤ, ਮ੍ਰਿਤੂ ਭੈ ਨੂੰ ਦੂਰ ਕਰ ਦੇਣ ਵਾਲਾ ਅੰਮ੍ਰਿਤ। ਕਹਿ ਲੱਗੇ ਉਹ ਸਾਰੇ ਸੁੱਖਾਂ ਦਾ, ਵਾਹਿਗੁਰੂ ਦਾ ਨਾਮ ਅੰਮ੍ਰਿਤ ਖਜ਼ਾਨਾ ਹੀ। ਤੇ ਉਹਨੂੰ ਗੁਰਸਿੱਖ ਪਾਨ ਪੀਣਾ ਕਰੇ, ਜਪਣਾ ਕਰੇ, ਆਰਾਧਨਾ ਕਰੇ। ਪ੍ਰੇਮ ਰਸ ਬਸ ਭਏ, ਤੇ ਜਦੋਂ ਪ੍ਰੇਮ ਦੇ ਨਾਲ ਜਪੇਗਾ ਨਾ, ਆਨੰਦ ਮਾਨੇਗਾ, ਪੀਵੇਂਗਾ, ਫਿਰ ਰਸ ਬਸ ਭਏ, ਉਸ ਰਸ ਆਨੰਦ ਨਾਲ ਬਸ ਭਏ, ਪਰਿਪੂਰਨ ਪਰਮਾਤਮਾ ਪ੍ਰੇਮ ਨਾਲ ਵਸੀਕਾਰ ਹੋ ਜਾਂਦਾ ਹੈ। ਔਰ ਪਰਮਾਤਮਾ ਨੂੰ ਪ੍ਰੇਮ ਦੀਆਂ ਡੋਰੀਆਂ ਨਾਲ ਆਰਾਧਨਾ ਕਰਨ ਵਾਲੇ ਬੰਨ ਲੈਂਦੇ ਨੇ, ਔਰ ਮੋਹ ਦੇ ਬੰਧਨ ਆਪਣੇ ਜਪ ਕੇ ਕੱਟ ਲੈਂਦੇ ਨੇ, ਤੇ ਪਰਮਾਤਮਾ ਨੂੰ ਪ੍ਰੇਮ ਦੇ ਧਾਗੇ ਨਾਲ, ਡੋਰੀ ਨਾਲ ਬੰਨ ਲੈਂਦੇ ਨੇ ਕਿ ਹੁਣ ਤੂੰ ਛੁੱਟ ਕੇ ਵਿਖਾ। ਵਾਹਿਗੁਰੂ ਤੂੰ ਤਾਂ ਮੋਹ ਦਾ ਜਾਲ ਪਸਾਰਿਆ ਸੀ, ਅਸੀਂ ਤੇਰਾ ਨਾਮ ਜਪ ਕੇ ਛੁੱਟ ਗਏ, ਤੇ ਤੁਸੀਂ ਜਿਹੜੇ ਹੁਣ ਆਪਣੇ ਛੂਟਣ ਕੋ ਯਤਨ ਕਰੋ। ਹਮ ਛੂਟੇ ਤੁਮ ਆਰਾਧੇ, ਅਸੀਂ ਤਾਂ ਤੈਨੂੰ ਜਪ ਕੇ ਛੁੱਟ ਗਏ, ਪਰ ਤੂੰ ਸਾਡੇ ਪ੍ਰੇਮ ਤੋਂ ਛੁਟਕਾਰਾ ਪਾ। ਔਰ ਨਹੀਂ ਪਾ ਸਕਦਾ। ਬਿਸਮ ਵਿਸ਼ਵਾਸ ਜੀ, ਬੜੇ ਹੈਰਾਨ ਕਰਨ ਵਾਲੇ ਕੌਤਕ ਐਸੇ ਉਹਨਾਂ ਦੇ ਜੀਵਨ ਵਿੱਚ ਹੁੰਦੇ ਨੇ, ਤੇ ਉਹਨਾਂ ਦਾ ਵਿਸ਼ਵਾਸ ਹੈ ਜੋ ਕਰਦਾ ਹੈ ਪਰਮਾਤਮਾ ਕਰਦਾ ਹੈ, ਪਰਮਾਤਮਾ ਹਿਰਦੇ 'ਚ ਵਸਦਾ ਹੈ। ਅਸੀਂ ਨਹੀਂ ਕਰ ਰਹੇ, ਰੱਬ ਕਰ ਰਿਹਾ ਹੈ, ਕਿਉਂਕਿ ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਔਰ ਦਾਸਾਂ ਦੇ ਹਿਰਦਿਆਂ 'ਚ ਵਸਦਾ ਹੈ। ਗਿਆਨ ਧਿਆਨ ਪ੍ਰੇਮ ਨੇਮ, ਹਿਰਦੇ 'ਚ ਗਿਆਨ ਪ੍ਰਭੂ ਦਾ ਪੈਦਾ ਹੋਇਆ, ਤੇ ਹੁਣ ਧਿਆਨ ਵੀ ਪ੍ਰਭੂ ਦਾ ਹੈ। ਜਦੋਂ ਧਿਆਨ ਨਾਲ ਤੱਕਦਾ ਹੈ, ਜਰਰੇ ਜਰਰੇ ਵਿੱਚ ਸੰਸਾਰ ਦੇ ਰਗੁਰੇਸ਼ੇ ਦੇ ਅੰਦਰ, ਕਤਰੇ ਕਤਰੇ ਦੇ ਅੰਦਰ ਨਿਰੰਕਾਰ ਨਜ਼ਰ ਆਉਂਦਾ ਹੈ। ਤੇ ਜਿੱਥੇ ਰੱਬ ਨਜ਼ਰ ਆਵੇ ਉੱਥੇ ਮੈਂ ਨਹੀਂ, ਉੱਥੇ ਤੂੰ ਆ। ਤੇ ਪ੍ਰੇਮ ਪੈਦਾ ਹੋਇਆ, ਨੇਮ ਨਿਯਮ ਨੂੰ ਨਿਭਾਉਂਦਾ ਹੈ ਪਰਮਾਤਮਾ ਵਾਲੇ ਨੂੰ। ਜੋ ਪਰਮਾਤਮਾ ਦੀ ਮਾਨ ਮਰਜ਼ਾਦਾ ਹੈ ਨਾ, ਨਿਯਮਾਵਲੀ ਹੈ, ਉਸ ਨੂੰ ਨਿਭਾਉਂਦਾ ਹੈ। ਪੂਰਨ ਪ੍ਰਤੀਤ ਚੀਤ,
ਔਰ ਮਨ ਦੇ ਅੰਦਰ ਚਿੱਤ ਦੇ ਅੰਦਰ ਪੂਰਨ ਭਰੋਸਾ ਵਿਸ਼ਵਾਸ ਹੈ। ਬਨ ਗ੍ਰਹਿ ਸੰਸਾਰ